ਧੰਨ ਵਾਹਿਗੁਰੂ ਜੀਓ। ਗੌੜੀ ਪੂਰਬੀ ਬਾਹਰਵਾਂ, ਵਿਪਲ ਬਸਤਰ ਕੀਤੇ ਹੈ ਪਹਿਰੇ। ਕਿਆ ਬਨ ਮਧੇ ਬਾਸਾ, ਕਹਾ ਭਇਆ ਨਰ ਦੇਵਾ ਧੋਖੇ। ਕਿਆ ਜਲ ਬੋਰਿਓ ਗਿਆਤਾ, ਜੀ ਅਰੇ ਜਾਹੇਗਾ ਮੈਂ ਜਾਨਾ। ਅਬਿਗਤ ਸਮਝ ਆਨਾ, ਜਤ ਜਤ ਦੇਖੋ ਬਹੁਰ ਨ ਪੇਖੋ। ਸੰਗ ਮਾਇਆ ਲਪਟਨਾ ਰਹਾਉ। ਗਿਆਨੀ ਧਿਆਨੀ ਬਹੁ ਉਪਦੇਸੀ, ਇਹੋ ਜਗ ਸਗਲੋ ਧੰਦਾ। ਕਹਿ ਕਬੀਰ ਇਕ ਰਾਮ ਨਾਮ ਬਿਨ, ਯਾ ਜਗ ਮਾਇਆ ਅੰਧਾ। ਕਹਿ ਕਬੀਰ ਇਕ ਰਾਮ ਨਾਮ ਬਿਨ, ਯਾ ਜਗ ਮਾਇਆ ਅੰਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਹਜ਼ੂਰ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਇਕਾਗਰਤਾ ਨਾਲ ਆਪ ਜੀ ਨੇ ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਅਤੇ ਇਕਾਗਰਤਾ ਸਹਿਤ ਸਰਵਣ ਕੀਤੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 15 ਭਗਤਾਂ ਦੀ ਬਾਣੀ ਦਰਜ ਹੈ, ਜਿਸ ਵਿੱਚ ਸਭ ਤੋਂ ਵਧੇਕ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ। ਭਗਤ ਜੀ ਦੇ ਪਾਵਨ ਸ਼ਬਦ ਸ੍ਰੀ ਰਾਗ ਤੋਂ ਬਾਅਦ ਆਪਾਂ ਗੌੜੀ ਰਾਗ ਦੇ ਸ਼ਬਦਾਂ ਦੀ ਵਿਚਾਰ ਕਰ ਰਹੇ ਹਾਂ। ਸੋ ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 338 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਭਗਤ ਕਬੀਰ ਜੀ ਦੇ ਇਸ ਸ਼ਬਦ ਦਾ ਸਿਰਲੇਖ ਹੈ ਗੌੜੀ ਪੂਰਬੀ। ਇਸ ਨੂੰ ਮਿਸ਼ਰਤ ਰਾਗ, ਰਲੇਵਾਂ ਰਾਗ ਕਿਹਾ ਜਾਂਦਾ ਹੈ। ਦੋ ਰਾਗਾਂ ਨੂੰ ਸੰਗੀਤਕ ਤੌਰ ਦੇ ਉੱਤੇ ਰਲਾ ਕੇ ਗਾਉਣ ਦੀ ਪ੍ਰਕਿਰਿਆ ਨੂੰ ਮਿਸ਼ਰਤ ਰਾਗ ਵਿੱਚ ਬਿਆਨ ਕੀਤਾ ਜਾਂਦਾ ਹੈ। ਅੱਗੇ ਅੰਕ ਹੈ 12। ਇਸ ਨੂੰ
ਘਰ ਨਾਲ ਸੰਬੰਧਿਤ ਦੱਸਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 1 ਤੋਂ ਲੈ ਕੇ 17 ਤੱਕ ਘਰਾਂ ਦਾ ਜ਼ਿਕਰ ਹੈ। ਘਰ ਸ਼ਬਦ ਜਿਹੜਾ ਹੈ ਇੱਥੇ ਡਿਫਾਈਨ ਕਰਦਾ ਹੈ, ਵਿਚਾਰ ਰੱਖਦਾ ਹੈ, ਅਰਥ ਰੱਖਦਾ ਹੈ ਸੁਰ ਅਤੇ ਤਾਲ ਨਾਲ ਸੰਬੰਧਿਤ, ਯਾਨੀ ਕਿ ਸੰਗੀਤ ਨਾਲ ਸੰਬੰਧਿਤ ਇੱਕ ਨੁਕਤਾ ਹੈ। ਗੁਰੂ ਸਾਹਿਬ ਜੀ ਨੇ ਇੱਥੇ ਭਲੇ ਹੀ ਸਿਰਲੇਖ ਵਿੱਚ ਘਰ ਸ਼ਬਦ ਨਹੀਂ ਪਾਇਆ, ਪਰ ਇਹ ਨਿਰੰਤਰ ਜਿਹੜੇ ਸ਼ਬਦ ਹਨ ਇਹਨਾਂ ਦੇ ਵਿੱਚ ਜਦੋਂ ਹਿੰਦਸਾ ਆ ਗਿਆ 11, 12, 13 ਇਤਿਆਦਿਕ, ਤਾਂ ਇਹਦਾ ਭਾਵ ਹੈ ਘਰ 12ਵਾਂ। ਇਸ ਕਰਕੇ ਇਹਦਾ ਉਚਾਰਨ ਗੌੜੀ ਪੂਰਬੀ 12 ਨਹੀਂ ਹੋਏਗਾ, ਗੌੜੀ ਪੂਰਬੀ 12ਵਾਂ। ਘਰ ਨੂੰ ਧਿਆਨ ਵਿੱਚ ਰੱਖ ਕੇ ਮੰਨ ਲਵੋ ਜੇ ਘਰ ਸ਼ਬਦ ਅੰਕਿਤ ਹੁੰਦਾ ਅੱਖਰੀ ਅਰਥਾਂ ਵਿੱਚ, ਤਾਂ ਫਿਰ ਇਹੀ ਬੋਲਿਆ ਜਾਣਾ ਸੀ ਗੌੜੀ ਪੂਰਬੀ ਘਰ 12ਵਾਂ। ਤੋ ਇਸ ਦਾ ਉਚਾਰਨ ਵੀ 12ਵਾਂ ਹੋਏਗਾ। ਜਿਵੇਂ ਦੇਵ ਗੰਧਾਰੀ ਦੇ ਸ਼ਬਦ ਆਉਂਦੇ ਨੇ, ਦੇਵ ਗੰਧਾਰੀ ਅੱਗੇ ਲਿਖਿਆ ਹੈ 5 ਹਿੰਦਸਾ ਅੰਕਿਤ ਹੈ। ਜੇ ਪਹਿਲੇ ਸ਼ਬਦਾਂ ਦੀ ਤਰਤੀਬ ਔਰ ਅਗਲੇਰੇ ਸ਼ਬਦਾਂ ਦੀ ਤਰਤੀਬ ਨੂੰ ਧਿਆਨ ਨਾਲ ਪੜ੍ਹੀਏ ਤੇ ਉੱਥੇ ਭਾਵ ਹੈ ਦੇਵ ਗੰਧਾਰੀ ਮਹੱਲਾ 5ਵਾਂ। ਉੱਤੇ ਮਹੱਲਾ ਸ਼ਬਦ ਜਿਹੜਾ ਉਹ ਅੰਕਿਤ ਨਹੀਂ ਹੈ, ਪਰ ਉਹਦਾ ਭਾਵ ਮਹੱਲੇ ਤੋਂ ਹੈ। ਤੋ ਜੇ 5 ਬੋਲਾਂਗੇ ਦੇਵ ਗੰਧਾਰੀ ਮਹੱਲਾ 5, ਫਿਰ ਬਾਕੀ ਜਗ੍ਹਾ ਦੇ ਉੱਤੇ 5ਵਾਂ ਜਦੋਂ ਅਸੀਂ ਬੋਲਦੇ ਹਾਂ ਤਾਂ ਉਹ ਸਾਡਾ ਜਿਹੜਾ ਉਚਾਰਨ ਹੈ ਉਹਦੇ ਵਿੱਚ ਵਖਰੇਵਾਂ ਆਏਗਾ। ਤੋ ਇਹ ਚੀਜ਼ ਨੂੰ ਅਸੀਂ ਜਦੋਂ ਆਪ ਬਾਣੀ ਪੜ੍ਹਦੇ ਹਾਂ, ਉਸ ਦੇ ਅਰਥ ਭਾਵ ਸਮਝਦੇ ਹਾਂ, ਤਾਂ ਸੌਖਿਆਂ ਸਮਝ ਵਿੱਚ ਆ ਜਾਂਦੀ ਹੈ। ਸ਼ਬਦ ਦਾ ਰਹਾਉ ਦਾ ਬੰਦ ਹੈ। ਜੀਅਰੇ ਜਾਹੇਗਾ ਮੈਂ ਜਾਨਾ, ਅਬ ਗਤ ਸਮਝ ਇਆਨਾ, ਜਤ ਜਤ ਦੇਖੋਂ ਬਹੁਰ ਨਾ ਪੇਖੋਂ, ਸੰਗ ਮਾਇਆ ਲਪਟਾਨਾ। ਭਗਤ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਮੈਂ ਜਿਸ ਪਾਸੇ ਵੀ ਨਜ਼ਰ ਮਾਰਦਾ ਹਾਂ, ਜਿਹੋ ਜਿਹੀ ਮਾਇਆ ਪ੍ਰਕਿਰਤੀ ਮੈਨੂੰ ਹੁਣ ਨਜ਼ਰ ਆਉਂਦੀ ਏ, ਸਮੇਂ ਦੇ ਲਿਹਾਜ਼ ਨਾਲ ਹਰ ਚੀਜ਼ ਬਦਲਦੀ ਜਾ ਰਹੀ। ਜਿਹੜੀ ਚੀਜ਼ ਦਾ ਕੱਲ ਵਜੂਦ ਨਹੀਂ ਸੀ ਅੱਜ ਉਹ ਹੈ, ਜਿਹੜੀ ਚੀਜ਼ ਅੱਜ ਹੈ ਉਹ ਕੱਲ ਨਹੀਂ ਹੋਵੇਗੀ। ਅੱਜ ਵਾਲੀ ਜਗ੍ਹਾ ਦੇ ਉੱਤੇ ਕੱਲ ਕੋਈ ਨਵੀਂ ਚੀਜ਼ ਉਸ ਦੀ ਜਗ੍ਹਾ ਨੂੰ ਮੱਲ ਲਵੇਗੀ। ਹਰ ਚੀਜ਼ ਨੂੰ ਮੈਂ ਸਫ਼ਰ ਵਿੱਚ, ਗਰਦਸ਼ ਵਿੱਚ ਵੇਖ ਰਿਹਾ ਹਾਂ। ਕੋਈ ਵੀ ਚੀਜ਼ ਆਪਣੀ ਜਗ੍ਹਾ ਦੇ ਉੱਤੇ ਥਿਰ ਨਹੀਂ ਹੈ, ਟਿਕੀ ਹੋਈ ਨਹੀਂ ਹੈ। ਮਨੁੱਖ ਦਾ ਮਨ ਬਦਲ ਰਿਹਾ ਹੈ, ਮਨੁੱਖ ਦਾ ਸਰੀਰ ਬਦਲ ਰਿਹਾ ਹੈ, ਮਨੁੱਖ ਦੀਆਂ ਸੰਭਾਵਨਾਵਾਂ, ਸਿਚੁਏਸ਼ਨਸ, ਹਾਲਾਤ ਬਦਲ ਰਹੇ ਹਨ। ਹਰ ਇੱਕ ਚੀਜ਼ ਵਿੱਚ ਬੜਾ ਵੱਡਾ ਅੰਤਰ ਤੇ ਫਰਕ ਪੈ ਰਿਹਾ। ਕੋਈ ਚੀਜ਼ ਵੀ ਆਪਣੀ ਜਗ੍ਹਾ ਦੇ ਉੱਤੇ ਟਿਕੀ ਹੋਈ ਨਹੀਂ ਹੈ। ਵਕਤ, ਸਮੇਂ ਦੇ ਲਿਹਾਜ਼ ਨਾਲ ਹਰ ਚੀਜ਼ ਦੌੜ ਵਿੱਚ ਹੈ, ਸਫ਼ਰ ਵਿੱਚ ਹੈ, ਸਫ਼ਰ ਕਰ ਰਹੀ ਹੈ। ਜਿਵੇਂ ਮੈਂ ਅੱਗੇ ਵੀ ਇੱਕ ਦਿਨ ਉਦਾਹਰਣ ਦਿੱਤੀ ਸੀ, ਹਰ ਪਲ, ਹਰ ਘੜੀ ਸਾਡਾ ਜੀਵਨ, ਅਸੀਂ ਭਾਵੇਂ ਫਿਜ਼ੀਕਲੀ ਇੱਥੇ ਬੈਠੇ ਹੋਏ ਹਾਂ, ਪਰ ਸਾਡੀ ਜਿਹੜੀ ਉਮਰ ਹੈ ਉਹ ਸਫ਼ਰ ਵਿੱਚ ਹੈ। ਜਿਹੜੇ ਪਲ ਸਾਡੇ ਗੁਜ਼ਰਦੇ ਜਾ ਰਹੇ ਨੇ ਉਹ ਵਾਪਸ ਕਦੇ ਨਹੀਂ ਆਉਣਗੇ। ਉਹ ਲੈਸ ਨੇ, ਉਹ ਘਟਦੇ ਜਾ ਰਹੇ ਨੇ, ਔਰ ਸਾਡੀ ਦੌੜ ਅੱਗੇ ਨੂੰ ਹੋ ਰਹੀ ਹੈ। ਜਦੋਂ ਅਸੀਂ ਕਿਸੇ ਨੂੰ ਉਹਦੀ ਉਮਰ ਪੁੱਛਦੇ ਹਾਂ ਕਿ ਤੇਰੀ ਉਮਰ ਕਿੰਨੀ ਹੈ, ਏਜ ਕਿੰਨੀ ਹੈ, ਜਿੰਨੀ ਵੀ ਉਮਰ ਦੱਸਦਾ ਹੈ, ਉਹ 20 ਸਾਲ ਦੱਸੇ, 40 ਸਾਲ ਦੱਸੇ, 60 ਸਾਲ ਦੱਸੇ, ਜਿੰਨੀ ਉਹਨੇ ਕਹਿ ਦਿੱਤਾ ਨਾ ਇੰਨੀ ਮੇਰੀ ਏਜ ਹੋ ਗਈ ਜਾਂ ਇੰਨੀ ਮੇਰੀ ਉਮਰ ਹੈ, ਸਮਝੋ ਇੰਨਾ ਸਮਾਂ ਇਹਦੀ ਲਾਈਫ ਦਾ ਲੈਸ ਘਟ ਗਿਆ, ਉਹ ਦੁਬਾਰਾ ਨਹੀਂ ਆਏਗਾ। ਅਸੀਂ ਇੱਕ ਛੋਟੇ ਜਿਹੇ ਬਾਲਕ ਤੋਂ ਲੈ ਕੇ ਕਦੇ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਵੇਖੋ ਜੇ ਹੋਣ, ਤਾਂ ਆਪਣੀ ਤਸਵੀਰ ਨੂੰ ਵੇਖ ਕੇ ਬੰਦਾ ਹੈਰਾਨ ਹੁੰਦਾ, ਮੈਂ ਕਿੰਨਾ ਬਦਲ ਗਿਆ ਸਮੇਂ ਦੇ ਲਿਹਾਜ਼ ਨਾਲ। ਮੇਰਾ ਸਰੀਰ, ਮੇਰਾ ਚਿਹਰਾ, ਮੇਰਾ ਸੁਭਾਅ, ਮੇਰੀ ਆਦਤ, ਮੇਰਾ ਕਰਮ, ਹਾਲਾਤਾਂ ਨੇ ਕਿੰਨਾ ਕੁਝ ਚੇਂਜ ਕਰ ਦਿੱਤਾ। ਵਕਤ ਨੇ ਕਿੰਨਾ ਕੁਝ ਬਦਲ ਕੇ ਰੱਖ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਵਾਕ ਲਿਖਿਆ ਹੈ, ਬਾਬਾ ਫਰੀਦ ਸਾਹਿਬ ਨੇ।
ਕਹਿੰਦੇ ਨੇ ਕਿਉਂਕਿ ਜਿਸ ਖਿੱਤੇ ਵਿੱਚ ਆਪਾਂ ਰਹਿੰਦੇ ਹਾਂ 6 ਰੁੱਤਾਂ ਦਾ ਉੱਥੇ ਖਾਸ ਵਰਣਨ ਹੁੰਦਾ ਹੈ। ਉਹਨੂੰ ਰਿਤੂ ਵਰਣਨ ਕਹਿੰਦੇ, ਰਿਤੂ ਰੁੱਤ ਨੂੰ ਕਹਿੰਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 6 ਰੁੱਤਾਂ, 6 ਰੁੱਤਾਂ ਜਿਹੜੀਆਂ ਨੇ ਉਹ ਸਾਲ ਵਿੱਚ ਆਉਂਦੀਆਂ ਨੇ। 12 ਮਹੀਨੇ ਨੇ ਸਾਡੇ ਦੇਸੀ ਕੈਲੰਡਰ ਦੇ, ਔਰ ਉਹਦੇ ਵਿੱਚ 6 ਰੁੱਤਾਂ, 2 ਮਹੀਨੇ ਤਕਰੀਬਨ ਇੱਕ ਰੁੱਤ ਰਹਿੰਦੀ ਹੈ। ਉਹ ਜਿਹੜੀਆਂ 6 ਰੁੱਤਾਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ, ਜਾਂਦੀਆਂ ਰਹਿੰਦੀਆਂ ਨੇ। ਇੱਕ ਚੱਕਰ ਜਿਹੜਾ ਹੈ ਸਮੇਂ ਦਾ ਲਗਾਤਾਰ ਚੱਲਦਾ ਰਹਿੰਦਾ ਹੈ। ਪੁਰਾਣੇ ਬਜ਼ੁਰਗ ਇਸ ਚੀਜ਼ ਨੂੰ ਬੜੀ ਸੌਖੇ ਢੰਗ ਨਾਲ ਸਮਝ ਲੈਂਦੇ ਨੇ। ਉਹ ਪਰਛਾਵਿਆਂ ਤੋਂ ਅੰਦਾਜ਼ਾ ਲਾ ਲੈਂਦੇ ਸਨ ਵੀ ਦਿਨ ਘਟਣ ਲੱਗ ਪਏ ਨੇ ਕਿ ਵਧਣ ਲੱਗ ਪਏ ਨੇ। ਉਹ ਤਾਰਿਆਂ ਦੀ ਦਿਸ਼ਾ ਤੋਂ, ਤਾਰਿਆਂ ਤੋਂ ਆਪਣੀ ਦਿਸ਼ਾ ਨਿਰਧਾਰਿਤ ਕਰਕੇ ਸਫ਼ਰ ਕਰ ਲੈਂਦੇ, ਕਿਉਂਕਿ ਬੰਦਾ ਕੁਦਰਤ ਨਾਲ ਜੁੜਿਆ ਸੀ। ਉਹ ਚੀਜ਼ਾਂ ਨੂੰ ਪਛਾਣਦਾ ਸੀ। ਉਹਨੂੰ ਵਕਤ ਦਾ ਜਮਾ ਘਟਾਓ ਦਾ ਗਿਆਨ ਪ੍ਰੈਕਟੀਕਲੀ ਸੀ। ਅੱਜ ਅਸੀਂ ਡਿਪੈਂਡੈਂਟ ਹਾਂ ਮਸ਼ੀਨ ਉੱਤੇ, ਚੀਜ਼ ਉੱਤੇ, ਸਮੇਂ ਉੱਤੇ। ਬਹੁਤ ਪ੍ਰੌੜ ਜਿਹੜਾ ਬੰਦਾ, ਜਿਹੜਾ ਆਪਣੀ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਜਿਹਨੇ ਸਿੱਖਿਆ ਕੁਝ, ਉਹਨੂੰ ਜਦੋਂ ਪੁੱਛਣਾ ਵੀ ਕਿੰਨਾ ਕੁ ਸਮਾਂ ਹੋ ਗਿਆ ਹੋਏਗਾ, ਤੇ ਉਹਨੇ ਕਹਿਣਾ ਅੰਦਾਜ਼ਾ ਇੰਨਾ ਕੁ ਹੋਏਗਾ। ਤੇ ਕਈ ਵਾਰ ਉਹਦਾ ਦੱਸਿਆ ਹੋਇਆ ਸਮਾਂ ਸਾਡੀ ਘੜੀ ਨਾਲ ਥੋੜ੍ਹਾ ਬਹੁਤ 19-21 ਦਾ ਹੀ ਫਰਕ ਪਵੇ ਤਾਂ ਪਵੇ, ਪੂਰਾ ਮੇਲ ਖਾ ਜਾਂਦਾ ਸੀ। ਕਲਗੀਧਰ ਮਹਾਰਾਜ ਨੇ ਜਿਸ ਵੇਲੇ ਚਮਕੌਰ ਦੀ ਜੰਗ ਲੜੀ, ਚਮਕੌਰ ਦੀ ਹਵੇਲੀ ਨੂੰ ਹਜ਼ੂਰ ਨੇ ਛੱਡਿਆ, ਤੇ ਜਿਹੜਾ ਸਫ਼ਰ ਰਾਤ ਦਾ ਮਹਾਰਾਜ ਨੇ ਅਗਲੇਰਾ ਕੀਤਾ ਉਹ ਤਾਰੇ ਦੀ ਸੇਧ ਉੱਤੇ ਕੀਤਾ। ਮਾਛੀਵਾੜੇ ਦੇ ਜੰਗਲ ਦਾ ਸਫ਼ਰ ਹਜ਼ੂਰ ਨੇ ਤਾਰਿਆਂ ਦੀ ਸੇਧ ਨਾਲ ਕੀਤਾ। ਇਹ ਪ੍ਰੈਕਟੀਕਲੀ ਗੱਲ ਹੈ, ਵਿਹਾਰਕ ਗੱਲ ਇਹਨੂੰ ਆਪਾਂ ਕਹਿੰਦੇ ਹਾਂ, ਵੀ ਜਿਹੜੀ ਆਮ ਜੀਵਨ ਵਿੱਚ ਕਿਸੇ ਨੂੰ ਪਤਾ ਹੈ ਤੇ ਉਹਨੂੰ ਉਹ ਵਰਤਦਾ, ਉਹਨੂੰ ਆਪਾਂ ਪ੍ਰੈਕਟੀਕਲੀ ਜਾਂ ਵਿਹਾਰਕ ਗੱਲ ਕਹਿੰਦੇ ਹਾਂ। ਗਰੀਬ ਨਵਾਜ਼ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਰਥ ਫਿਰੈ ਛਾਇਆ ਧਨ ਤਾਕੈ, ਟੀਡ ਲਵੈ ਮੰਝ ਬਾਰੇ। ਬਾਰ ਦੇ ਇਲਾਕੇ ਵਿੱਚ ਟਿੱਡੇ ਬੋਲਦੇ ਸਨ। ਇਹ ਰੁੱਤ ਦਾ ਵਰਣਨ ਹੈ। ਭਾਦੋਂ ਦੇ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਸ ਚੀਜ਼ ਦਾ ਜ਼ਿਕਰ ਕੀਤਾ, ਜਿਹਨੂੰ ਆਪਾਂ ਕਹਿੰਦੇ ਨਾ ਵੀ ਦਿਨ ਘਟਣੇ ਸ਼ੁਰੂ ਹੋ ਗਏ। ਪਹਿਲਾਂ ਦਿਨ ਵਧਣੇ ਸ਼ੁਰੂ ਹੁੰਦੇ ਨੇ ਦਸੰਬਰ ਤੋਂ ਲੈ ਕੇ, ਤੇ ਫਿਰ ਘਟਣੇ ਸ਼ੁਰੂ ਹੁੰਦੇ ਨੇ ਜੁਲਾਈ ਤੋਂ ਲੈ ਕੇ। ਉਹ ਜਿਸ ਦਿਨ ਤੋਂ ਦਿਨ ਘਟਣਾ ਸ਼ੁਰੂ ਹੋ ਜਾਏ, ਵਾਪਸ ਬੈਕ ਹੋਣਾ ਸ਼ੁਰੂ ਹੋ ਜਾਏ, ਉਹਨੂੰ ਕਿਹਾ ਜਾਂਦਾ ਸੀ ਰਥ ਫਿਰਨਾ। ਇਸ ਨੂੰ ਲਿਖਾਰੀਆਂ ਨੇ ਉੱਤਰਾਇਣ ਤੇ ਦਕਸ਼ਨਾਇਣ ਕਰਕੇ ਲਿਖਿਆ। ਉੱਤਰਾਰਧ ਔਰ ਪੂਰਬਾਰਧ। ਗ੍ਰੰਥਕਾਰ ਇਹਨੂੰ ਆਪਣੇ 2 ਚੈਪਟਰ ਬਣਾ ਲੈਂਦੇ ਸਨ ਗ੍ਰੰਥਾਂ ਦੇ। ਪਹਿਲੇ ਨੂੰ ਉੱਤਰਾਰਧ ਕਹਿੰਦੇ ਸਨ, ਦੂਜੇ ਨੂੰ ਪੂਰਬਾਰਧ ਕਹਿੰਦੇ ਸਨ। ਖੈਰ ਇਹ ਗੱਲ ਹੋਰ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਮੈਂ ਇੱਕ ਰੁੱਖ ਨੂੰ ਵੇਖਦਾ, ਉਹਦੇ ਤੇ ਨਿੱਕੀਆਂ ਨਿੱਕੀਆਂ ਕਰੂੰਬਲੀਆਂ ਫੁੱਟਦੀਆਂ ਨੇ। ਜਦੋਂ ਉਹਦੇ ਉੱਤੇ ਕਰੂੰਬਲੀਆਂ ਨਿੱਕੀਆਂ ਨਿੱਕੀਆਂ ਫੁੱਟਦੀਆਂ ਨੇ ਤੇ ਹੌਲੀ ਹੌਲੀ ਉਹਦੇ ਪੱਤੇ ਜਿਹੜੇ ਨੇ ਉਹ ਵਿਕਸਿਤ ਹੋ ਕੇ ਵੱਡੇ ਬਣ ਜਾਂਦੇ। ਫਿਰ ਉਹਨੂੰ ਬੂਰ ਪੈਂਦਾ ਹੈ, ਫਿਰ ਉਹਨੂੰ ਫਲ ਲੱਗਦਾ ਹੈ। ਸਾਰੀ ਚੀਜ਼ ਨੂੰ ਜੇ ਤੁਸੀਂ ਨੀਝ ਨਾਲ ਵੇਖਦੇ ਰਹੋ, ਤੁਹਾਡੇ ਉਹ ਵਿਹੜੇ ਵਿੱਚ ਬੂਟਾ ਲੱਗਾ ਹੋਵੇ, ਜਦੋਂ ਉਸ ਨੂੰ ਪਹਿਲੀ ਵਾਰ ਕਰੂੰਬਲੀਆਂ ਜਾਂ ਪੱਤੀਆਂ ਨਿਕਲਦੀਆਂ ਨੇ ਤਾਂ ਸਮਝੋ ਕਿ ਇਹ ਬਸੰਤ ਦੀ ਰੁੱਤ ਹੈ, ਬਹਾਰ ਦੀ ਰੁੱਤ। ਜਦੋਂ ਨਵੇਂ ਵੇਸ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਲਿਖਿਆ ਸ਼ਾਖਾ ਵੇਸ ਕਰੇ, ਜੇ ਬੰਦਾ ਆਪਣੇ ਕੱਪੜੇ ਬਦਲ ਲੈਂਦਾ ਨਾ, ਰੁੱਖ ਨੂੰ ਸਮਝੋ ਵੀ ਨਵੇਂ ਪੱਤੇ ਆ ਗਏ, ਨਵਾਂ ਵਸਤਰ ਆ, ਨਵਾਂ ਵੇਸ, ਲਿਬਾਸ ਉਹਨੇ ਧਾਰਨ ਕਰ ਲਿਆ, ਪੁਰਾਣਾ ਲਾਹ ਦਿੱਤਾ। ਉਹ ਨਿੱਕੀਆਂ ਜੀਆਂ ਕਰੂੰਬੜਾਂ ਹੌਲੀ 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 ਵਿਕਸਿਤ ਹੋ ਕੇ ਪੱਤਿਆਂ ਨਾਲ ਬਿਲਕੁਲ ਸਾਰਾ ਦਰਖਤ ਢੱਕਿਆ ਜਾਂਦਾ, ਐਨ ਛਾਂਦਾਰ ਹੋ ਜਾਂਦਾ। ਫਿਰ ਰੁੱਤ ਬਾਰ ਰੁੱਤ, ਜਿਉਂ ਜਿਉਂ ਰੁੱਤ ਆਉਂਦੀ ਹੈ ਤਿਉਂ ਤਿਉਂ ਉਹਦੇ ਤੇ ਬੂਰ ਪੈਂਦਾ ਹੈ, ਫਿਰ ਉਹਨੂੰ ਫਲ ਲੱਗਦਾ ਹੈ। ਹੌਲੀ 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 ਕਨਵਰਸ਼ਨ ਹੁੰਦੀ ਰਹਿੰਦੀ ਹੈ, ਚੀਜ਼ਾਂ ਬਦਲਦੀਆਂ ਰਹਿੰਦੀਆਂ। ਵਾਪਸ ਫਿਰ ਜਿਸ ਮਹੀਨੇ ਵਿੱਚ ਉਹਨੂੰ ਨਵੀਆਂ ਕਰੂੰਬੜਾਂ ਫੁੱਟੀਆਂ ਸਨ, ਉਦੋਂ 1.5 ਮਹੀਨਾ ਪਹਿਲਾਂ, ਉਸ ਤੋਂ 1.5 ਮਹੀਨਾ ਪਹਿਲਾਂ ਉਸ ਦੇ ਦੁਬਾਰਾ ਜਿਹੜੇ ਜਿੰਨੇ ਪੱਤੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਝੜ ਜਾਂਦੇ। ਉਹਨੂੰ ਆਪਾਂ ਪੱਤਝੜ ਦੀ ਰੁੱਤ ਕਹਿੰਦੇ ਹਾਂ।
ਸਾਰੇ ਦੇ ਸਾਰੇ ਪੱਤੇ ਜਿਹੜੇ ਸਨ ਇੱਕ ਪੂਰਾ ਸਫ਼ਰ ਤੈਅ ਕਰਕੇ ਕਈ ਮਹੀਨਿਆਂ ਦਾ ਉਹ ਫੜੀ ਭੂਤ ਹੋਏ। ਉਹਨਾਂ ਛਾਂ ਦਿੱਤੀ, ਧੁੱਪਾਂ ਛਾਵਾਂ, ਗਰਮੀ ਸਰਦੀ, ਹਨੇਰੀਆਂ, ਮੀਂਹ, ਸਾਰਾ ਕੁਝ ਝੱਖੜ ਝੱਲ ਕੇ ਉਹਨਾਂ ਨੇ ਆਪਣੇ ਪਿੰਡੇ ਉੱਤੇ ਅਖੀਰ ਕੀ ਹੋਇਆ, ਉਹਨਾਂ ਪੱਤਿਆਂ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ। ਜਦੋਂ ਪੱਤਿਆਂ ਦਾ ਰੰਗ ਬਦਲ ਗਿਆ ਤਾਂ ਇਵੇਂ ਲੱਗਿਆ ਵੀ ਇਹ ਪੱਤੇ ਹੁਣ ਸੁੱਕਣੇ ਸ਼ੁਰੂ ਹੋ ਗਏ ਨੇ, ਨਕਾਰਾ ਜੇ ਹੋਣੇ ਸ਼ੁਰੂ ਹੋ ਗਏ। ਇਹਨਾਂ 'ਚ ਨਾ ਉਹ ਤਾਜ਼ਗੀ ਰਹੀ, ਨਾ ਇਹਨਾਂ ਦੇ ਵਿੱਚ ਉਹ ਹਰਿਆਲੀ ਰਹੀ, ਨਾ ਇਹਨਾਂ 'ਚ ਉਹ ਖੇੜਾ ਰਿਹਾ, ਤੇ ਅਖੀਰ ਆਪੇ ਹੀ ਉਹ ਟੁੱਟ ਕੇ ਜ਼ਮੀਨ ਤੇ ਡਿੱਗਣੇ ਸ਼ੁਰੂ ਹੋ ਗਏ। ਉੱਥੋਂ ਆਪਾਂ ਵੇਖਦੇ ਵੀ ਇਹ ਪੱਤਝੜ ਦੀ ਰੁੱਤ ਹੈ, ਕਿਉਂਕਿ ਹੁਣ ਸਾਰੀ ਜਗ੍ਹਾ ਖਾਲੀ ਹੋ ਜਾਏਗੀ, ਇਹਦੀ ਜਗ੍ਹਾ ਦੇ ਉੱਤੇ ਨਵੇਂ ਪੱਤੇ ਫਿਰ ਦੁਬਾਰਾ ਆ ਜਾਣ। ਬਾਬਾ ਫਰੀਦ ਸਾਹਿਬ ਲਿਖਦੇ ਨੇ, ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾ ਹੈ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਉ ਨਾ ਹੈ। ਕਹਿੰਦੇ ਇਹ ਤਾਂ ਇੱਕ ਰੁੱਖ ਦੀ ਕਹਾਣੀ ਹੈ ਨਾ। ਮੈਂ ਵੇਖਦਾ ਹਾਂ ਬਜ਼ੁਰਗ ਜਾਂਦੇ ਨੇ, ਨਵੀਂ ਪੀੜ੍ਹੀ ਉਹਨਾਂ ਦੀ ਥਾਂ ਮੱਲ ਲੈਂਦੀ, ਪੁਰਾਣੇ ਤੁਰੇ ਜਾ ਰਹੇ ਨੇ, ਨਵੇਂ ਆਈ ਜਾ ਰਹੇ ਨੇ। ਪੁਰਾਣੇ ਮਕਾਨ ਢਹਿੰਦੇ ਨੇ, ਉਹਨਾਂ ਦੀ ਜਗ੍ਹਾ ਨਵੇਂ ਬਣ ਜਾਂਦੇ ਨੇ। ਪੁਰਾਣੀ ਪੀੜ੍ਹੀ ਤੁਰ ਜਾਂਦੀ ਹੈ, ਨਵੀਂ ਪੀੜ੍ਹੀ ਆ ਜਾਂਦੀ ਹੈ। ਪੁਰਾਣੀਆਂ ਚੀਜ਼ਾਂ ਘਰ ਦੀਆਂ ਟੁੱਟ ਜਾਂਦੀਆਂ ਨੇ, ਉਹਨਾਂ ਦੀ ਜਗ੍ਹਾ ਅਸੀਂ ਨਵੀਆਂ ਲੈ ਆਉਂਦੇ। ਹਰ ਚੀਜ਼ ਇਸੇ ਤਰ੍ਹਾਂ, ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਆਪਣੀ ਜਗ੍ਹਾ ਤੇ ਥਿਰ ਹੋਵੇ ਤੇ ਜਿਹਦੇ ਖਤਮ ਹੋਣ ਦਾ ਅਸਾਰ ਨਾ ਹੋਵੇ। ਹਰ ਚੀਜ਼ ਆਪਣੇ ਆਪ ਵਿੱਚ ਬਦਲਦੀ ਹੈ, ਹਰ ਚੀਜ਼ ਆਪਣੇ ਆਪ ਵਿੱਚ ਬਿਨਸਦੀ ਹੈ। ਇਸ ਲਈ ਗਰੀਬ ਨਵਾਜ਼ ਇਹਨੂੰ ਬਾਣੀ ਦੇ ਵਿੱਚ ਕਹਿੰਦੇ ਨੇ, ਜਤ ਜਤ ਦੇਖੋ ਬਹੁਰ ਨਾ ਪੇਖੋ। ਜਿਸ ਜਿਸ ਪਾਸੇ ਵੀ ਮੈਂ ਨਜ਼ਰ ਮਾਰ ਰਿਹਾ, ਉਸ ਚੀਜ਼ ਨੂੰ ਮੈਂ ਦੁਬਾਰਾ ਉਹੋ ਜਿਹੀ ਨਹੀਂ ਵੇਖ ਰਿਹਾ। ਉਹ ਚੀਜ਼ ਦੁਬਾਰਾ ਉਹੋ ਜਿਹੀ ਉਸੇ ਰੂਪ ਵਿੱਚ ਮੈਨੂੰ ਵਿਖਾਈ ਨਹੀਂ ਦਿੰਦੀ। ਸਮੇਂ ਨੇ ਉਹਨੂੰ ਬੜਾ ਕੁਝ ਬਦਲ ਦਿੱਤਾ ਹੁੰਦਾ। ਬਾਬਾ ਕਬੀਰ ਸਾਹਿਬ ਜੀ ਇਹ ਗੱਲ ਕਿਸ ਬਾਬਤ ਕਹਿ ਰਹੇ ਨੇ? ਉਹ ਕਹਿੰਦੇ ਨੇ ਵੀ ਜਿਹੜੇ ਪਦਾਰਥ ਦੇ ਲਾਲਚ ਵਿੱਚ ਅਸੀਂ ਪਾਪ ਕਰਦੇ ਹਾਂ, ਜ਼ੁਲਮ ਕਰਦੇ ਹਾਂ, ਧੋਖੇ ਕਰਦੇ ਹਾਂ, ਬੇਈਮਾਨੀਆਂ ਕਰਦੇ ਹਾਂ, ਪਰਾਇਆ ਹੱਕ ਖਾਂਦੇ ਹਾਂ, ਵਾਸ਼ਨਾ ਗ੍ਰਸਤ ਹੋ ਕੇ ਆਪਣੇ ਜੀਵਨ ਨੂੰ ਨਰਕ ਦੀ ਖੱਡ ਵਿੱਚ ਸੁੱਟਦੇ ਹਾਂ, ਉਹ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਨੇ, ਪਰ ਜਾਂਦੀਆਂ ਜਾਂਦੀਆਂ ਸਾਡਾ ਕਿਰਦਾਰ ਜ਼ਰੂਰ ਮੈਲਾ ਕਰ ਜਾਂਦੀਆਂ, ਰਹਿੰਦੀਆਂ ਨਹੀਂ। ਉਹ ਚੀਜ਼ਾਂ ਉਸੇ ਰੂਪ ਵਿੱਚ ਰਹਿੰਦੀਆਂ ਨਹੀਂ, ਕਾਇਮ ਨਹੀਂ ਰਹਿੰਦੀਆਂ। ਮੰਨ ਲਓ ਤੁਸੀਂ ਚੋਰੀ ਕਰਕੇ ਧਨ ਕਮਾਇਆ, ਰਹਿਣਾ ਤੇ ਫਿਰ ਵੀ ਨਹੀਂ ਹੋ, ਪਰ ਜਾਂਦਿਆਂ ਜਾਂਦਿਆਂ ਉਹ ਸਾਨੂੰ ਚੋਰ ਜ਼ਰੂਰ ਬਣਾ ਗਏ। ਕਿਸੇ ਦੇ ਕੋਲ ਕੋਈ ਵਸਤੂ ਵੇਖੀ ਤੇ ਮਨ ਮੈਲਾ ਹੋਇਆ, ਅੰਦਰ ਬੇਈਮਾਨੀ ਦਾ ਭਾਵ ਹੋਇਆ, ਅਸੀਂ ਉਹਦੇ ਨਾਲ ਧੋਖਾ ਕੀਤਾ, ਜ਼ਾਲਸਾਜ਼ੀ ਕੀਤੀ, ਬੇਈਮਾਨੀ ਕੀਤੀ ਤੇ ਉਹਦੇ ਕੋਲੋਂ ਹੜੱਪ ਲਿਆ, ਕੰਟਰੋਲ ਲੈ ਲਿਆ। ਰਹਿਣਾ ਉਹਦੇ ਕੋਲ ਵੀ ਨਹੀਂ ਸੀ, ਰਹਿਣਾ ਸਾਡੇ ਕੋਲ ਵੀ ਨਹੀਂ, ਪਰ ਜਿਹੜਾ ਨਜਾਇਜ਼ ਤਰੀਕਾ ਅਸੀਂ ਵਰਤਿਆ, ਉਹਨੇ ਜਾਂਦਿਆਂ ਜਾਂਦਿਆਂ ਸਾਨੂੰ ਬੇਈਮਾਨ ਜ਼ਰੂਰ ਕਰ ਦਿੱਤਾ, ਝੂਠਾ ਤੇ ਮਕਾਰ ਜ਼ਰੂਰ ਸਾਬਤ ਕਰ ਦਿੱਤਾ। ਇਸ ਨੂੰ ਗਰੀਬ ਨਵਾਜ਼ ਕਹਿੰਦੇ ਨੇ, ਭਾਈ ਕਾਹਦੇ ਲਈ? ਜਤ ਜਤ ਦੇਖੋ ਬਹੁਰ ਨਾ ਪੇਖੋ, ਸੰਗ ਮਾਇਆ ਲਪਟਾਨਾ। ਤੂੰ ਮਾਇਆ ਦੇ ਨਾਲ ਇਹਨਾਂ ਲਪਟਿਆ ਪਿਆ, ਇਹਨਾਂ ਜੁੜਿਆ ਪਿਆ, ਤੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਕੋਈ ਚੀਜ਼ ਵੀ ਆਪਣੀ ਜਗ੍ਹਾ ਤੇ ਕਾਇਮ ਨਹੀਂ ਹੈ, ਨਾ ਤੂੰ ਤੇ ਨਾ ਉਹ ਪਦਾਰਥ ਜਿਹਦੇ ਨਾਲ ਤੂੰ ਜੁੜਿਆ। ਇਸ ਕਰਕੇ ਇੱਕ ਗੱਲ ਸਮਝ, ਜੀਅਰੇ ਜਾਹੇਗਾ ਮੈਂ ਜਾਣਾ, ਤੂੰ ਵੀ ਜਾਏਗਾ ਇਸੇ ਤਰ੍ਹਾਂ ਹੀ, ਜਿਵੇਂ ਬਾਕੀ ਚੀਜ਼ਾਂ ਚੱਲ ਰਹੀਆਂ ਨਾ ਗਰਦਸ਼ ਵਿੱਚ ਨੇ, ਤੂੰ ਵੀ ਇਸੇ ਤਰ੍ਹਾਂ ਹੀ ਤੁਰੇਗਾ। ਮੈਂ ਇਸ ਗੱਲ ਨੂੰ ਜਾਣ ਲਿਆ, ਤੂੰ ਵੀ ਜਾਣ ਲੈ। ਕਬੀਰ ਸਾਹਿਬ ਕਹਿੰਦੇ, ਮੈਂ ਇਸ ਸੱਚਾਈ ਨੂੰ ਸਮਝ ਲਿਆ, ਤੂੰ ਵੀ ਸਮਝ ਲੈ। ਤੇ ਪੁੱਛਿਆ ਜੀ ਫਿਰ ਇਹਦਾ ਹੱਲ ਕੀ ਹੈ? ਭਗਤ ਕਬੀਰ ਸਾਹਿਬ ਮਹਾਰਾਜ ਫਰਮਾਉਂਦੇ ਨੇ, ਅਬਗਤ ਸਮਝ ਇਆਨਾ, ਇਹ ਅਣਜਾਣ ਬੇਸਮਝ ਮਨੁੱਖ, ਜੋ ਅਦ੍ਰਿਸ਼ਟ ਹੈ, ਤੈਨੂੰ ਤੇ ਪਦਾਰਥ ਦੀਦਾ ਹੈ, ਵਸਤੂਆਂ ਦੀਦੀਆਂ ਨੇ, ਮਨੁੱਖ ਦੀਦੇ ਨੇ, ਇਹਨਾਂ ਦੇ ਪਿੱਛੇ ਜਿਹੜੀ ਤਾਕਤ ਖੜੀ ਹੈ, ਜੋ ਇਹਨਾਂ ਨੂੰ ਸਿਰਜਣ ਵਾਲੀ, ਚਲਾਉਣ ਵਾਲੀ ਹੈ, ਉਸ ਅਦ੍ਰਿਸ਼ਟ ਪ੍ਰਭੂ ਨੂੰ ਸਮਝਣ ਦਾ ਯਤਨ ਕਰ, ਜਿਸ ਨੇ ਸੰਸਾਰ ਦਾ ਚਿੱਤਰ ਰਚਿਆ ਹੈ, ਸੰਸਾਰ ਦੀ ਇਹ ਚਿੱਤਰਕਾਰੀ ਕੀਤੀ ਹੈ, ਸੰਸਾਰ ਦਾ ਇਹ ਪਦਾਰਥ ਰਚਿਆ ਹੈ, ਰੂਪ ਰੰਗ ਆਕਾਰ ਬਣਾਏ ਨੇ, ਉਸ ਵਾਹਿਗੁਰੂ ਦੇ ਨਾਲ ਜੁੜਨ ਦਾ ਯਤਨ ਕਰ। ਫਿਰ ਉਹ ਆਰੰਭ ਦੇ ਵਾਕ ਵਿੱਚ ਕਹਿੰਦੇ ਨੇ, ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਹਿਸੂਸ ਨਹੀਂ ਨਾ ਕਰਦਾ ਤੇ ਤੇਰੇ ਧਾਰਮਿਕ ਪਹਿਰਾਵੇ ਵੀ ਕਿਸੇ ਕੰਮ ਨਹੀਂ, ਉਹ ਕੇਵਲ ਵਿਖਾਵਾ ਹੋ ਨਿਭਣਗੇ। ਉਹ ਚੀਜ਼ ਜਿਹੜੀ ਹੈ ਉਹ ਕੇਵਲ ਵਿਖਾਵਾ ਬਣ ਕੇ ਰਹਿ ਜਾਏਗੀ, ਵੀ ਮੈਂ ਵਿਖਾ ਰਿਹਾ ਵੀ ਮੈਂ ਆ ਪਹਿਰਾਵਾ ਪਹਿਨਿਆ,
लोग आखणगे रब वाला बंदा है। जे मैं रब नूं जाणदा नहीं, जे मैं रब दा अदब नहीं रखदा, परमेश्वर नूं महसूस नहीं करदा, रब नूं अंदरों मनदा नहीं, तो इसका मतलब मेरा यह पहरावा लोगों को रिझाउण, खुश करन, धोखा देण, जो भी कह लो, विखावा करन लई होया ना। उन्होंने शब्द वरत्या बेपल वस्त्र। बेपल का मतलब हुंदा खुला चोगा, एक खास तरतीब नाल पहनना। कहते की होया जे तू बहुत खुले और वक्रे डिफरेंट ढंग के धार्मिक पहरावे पहनदा होएगा। बेपल वस्त्र केते हैं पहरे, किन्ने भी तू पहन लवें। फिर अगे शब्द वरतते ने क्या बन मध्य बासा, बन जंगल नूं कहिंदे। की होया जे तू घर परिवार छड्ड के, नगर छड्ड के, पिंड ग्रां छड्ड के बाहर जंगल विच जाके टिकाणा कर लै, उत्थे रहण लग पाए, जिन्हों आपां कहते ना एकांत विच चले जाना, कि उत्थे बड़ा टिका है, उत्थे बड़ी मानसिक तसल्ली है। सतगुरु महाराज कहते ने कहा भया नर देवा धोखे। की होया जे तू देवी देवतियां दे अगे धूप दिखा के, उहदी पूजा करके, उन्हां नूं मत्थे टेक के तू बहुत सारा इस तरह का कर्मकांड किया होएगा। बड़े देवते मनाए होणगे, बड़ी देवतियां दी पूजा की होएगी, उन्हां सामने धूप अगरबत्तियां लाइया होण। धोखे का मतलब दिखाउणा। क्या जल बोरियो गया था। की होया जे तू तीर्थां दे उत्ते जाके, बोरियो का मतलब डोबिया, अपने आप नूं नवाया, जान बुझ के तू अपने आप नूं तीर्थां ते डोबिया, तीर्थां दे इशनान कीते। पर जे तू इस ख्याल नूं नहीं ना कमा सकिया कि संसार की प्रकृति बदल रही है, तो मैं भी उस दौड़ विच हाँ, मैं थिर नहीं रहांगा। जे तू इस सच नूं पल्ले नहीं बद्धा, इस सच नूं कमा के जे तू पाप झूठ ते बेईमानी तो तौबा नहीं कीती, जे तू अकाल पुरख वाहिगुरू दा एहसास नहीं कीता, ते तेरे नहाते होए तीरथ, तेरे पूजे होए देवते, तेरे पहने होए धार्मिक चोले, ते इस दे नाल ही तेरा कीता होया जंगलां पहाड़ां ते कुंदरां विच गुफावां विच वासा भी किसे अर्थ नहीं रहना। ये सारा कुछ फजूल है। फिर अगे जाके वो बचन करते ने, हजूर कहते ज्ञानी ध्यानी बहु उपदेशी ये जग सगड़ो धंधा। बड़ा बाकमाल शब्द है। कहते कुछ लोग ने जिहड़े ज्ञान दीयां गल्लां करदे, चेते विच रखना, जिन्नी जिन्नी जानू सानू समझ हुंदी है ना जिस विषय की, असी साडी कोशिश सारियां दी हुंदी है कि दूजा बंदा मैनू फॉलो करे, ज्ञान नूं घट फॉलो करे, मैनू फॉलो वध करे। ये दौड़ है भी ज्ञान की गल अगला मन्ने पर मेरे राही मन्ने, तो ज्ञान नूं एक पासे रखदा है तो मैनू फॉलो करना शुरू करता। यानी कि परसनैलिटी नूं असीं एस्टैबलिश करते हैं ज्ञान के सहारे नाल। इस करके लोग पाठ नाल घट जोड़नगे, पाठी नाल वध जुड़ जाणगे, परसनैलिटी एस्टैबलिश हो गई। विचार नाल घट जोड़नगे, विचार कथा करन वाले नाल वध जुड़ जाणगे। कीर्तन नाल घट जोड़नगे, कीर्तन करन वाले नाल। इस करके जिद हो जाती ना, उहदे कोलों ही सुनना। कथा सुननी है तो उहदे कोलों ही सुननी है, कीर्तन सुनना है तो उहदे कोलों ही सुनना है, पाठ सुनना है तो उहदे कोलों ही सुनना है। कोई ज्ञान की गल किते सुननी उस बंदे कोलों, क्योंकि जुड़े किहदे नाल ने। वो बंदा सुनाएगा तो मैं रब की गल सुनांगा, दूजे कोलों नहीं सुनना। अजीब कशमकश है। इसदा मतलब सुनना उन्होंने है, वो भावें कुछ भी सुना जाए। जे तो पाठ सुनना है, बाणी सुननी है, उपदेश सुनना है, तो रिलेशन जिहड़ा वो ज्ञान नाल उपदेश नाल होवे। वो तो घर च बच्चा भी कह दे तो बड़ी कीमती गल है, बजुर्ग भी कह दे तो बड़ी कीमती गल है। तो ज्ञानी का ज्ञान उस वेले जीरो हो जाता है, माइनर हो जाता है, जिस वेले वो अपनी परसनैलिटी को एस्टैबलिश कर ले, अगे कर लेंदा तो ज्ञान को सैकेंडरी कर ले। गरीब नवाज महाराज ने कदे सोच के वेखो, सतगुरां ने कदे भी अपनी तस्वीर जां अपनी मूर्ति नहीं सी बनवाई अपनी जिंदगी। अज असीं पूजन लग पे, गल वखरी है। क्यों नहीं बनाई? उन्होंने बाणी लिखी, बाणी वंडी
ਤੇ ਬਾਣੀ ਨਾਲ ਜੋੜ। ਜੇ ਉਹ ਚਾਹੁੰਦੇ ਤੇ ਉਹ ਵੀ ਆਪਣੇ ਬੁੱਤ ਤਰਾਸ਼ਾਂ ਕੋਲੋਂ ਬਣਵਾ ਸਕਦੇ, ਪਰ ਨਹੀਂ ਬਣਵਾਏ। ਹਜ਼ੂਰ ਨੂੰ ਲੱਗਦਾ ਸੀ ਕੁੱਲ ਦੁਨੀਆ ਬੁੱਤ ਹੀ ਪੂਜ ਰਹੀ ਹੈ, ਕੁੱਲ ਮਖਲੂਕ ਜਿਹੜੀ ਹੈ ਉਹ ਬੁੱਤ ਪ੍ਰਸਤੀ ਤੇ ਕਰ ਰਹੀ ਹੈ। ਬੰਦੇ ਨੂੰ ਜ਼ਿੰਦਗੀ ਮਨ ਬਦਲਣ ਵਾਸਤੇ, ਸੁਰਤ ਬਦਲਣ ਵਾਸਤੇ ਬੁੱਤ ਦੀ ਨਹੀਂ, ਗਿਆਨ ਦੀ ਲੋੜ ਹੈ, ਉਪਦੇਸ਼ ਦੀ ਲੋੜ ਹੈ, ਸਮਝ ਦੀ ਲੋੜ ਹੈ, ਵਿਵੇਕ ਦੀ ਲੋੜ ਹੈ। ਇਸ ਕਰਕੇ ਹਜ਼ੂਰ ਕਹਿੰਦੇ ਗਿਆਨੀ ਧਿਆਨੀ। ਧਿਆਨੀ ਦਾ ਮਤਲਬ ਹੁੰਦਾ ਧਿਆਨ, ਸਮਾਧੀਆਂ ਲਾਉਣ ਵਾਲੇ, ਜਿਹੜੇ ਸਮਾਧੀਆਂ ਲਾਉਂਦੇ ਨੇ, ਧਿਆਨ ਲਾਉਂਦੇ ਨੇ ਕਿਸੇ ਵੀ ਕਿਸਮ ਦਾ। ਬਹੁ ਉਪਦੇਸ਼ੀ, ਬਹੁਤਾ ਉਪਦੇਸ਼ ਕਰਨ ਵਾਲੇ, ਦੂਜਿਆਂ ਨੂੰ ਸਮਝਾਉਣ ਵਾਲੇ। ਗਿਆਨੀ ਧਿਆਨੀ ਬਹੁ ਉਪਦੇਸ਼ੀ। ਹਜ਼ੂਰ ਕਹਿੰਦੇ ਜੇ ਆਹ ਨੁਕਤਾ ਉਹਨੂੰ ਸਮਝ ਨਹੀਂ ਨਾ ਆਇਆ, ਜੇ ਉਹ ਵੀ ਪਾਪ, ਹਿਰਸ, ਲੋਭ, ਅਤਿਆਚਾਰ ਤੇ ਜ਼ੁਲਮ ਦੀ ਕਮਾਈ ਤੋਂ ਉਸਨੇ ਆਪਣੇ ਆਪ ਨੂੰ ਤੌਬਾ ਨਹੀਂ ਕਰਵਾਈ, ਜੇ ਉਹ ਵੀ ਵਾਹਿਗੁਰੂ ਦਾ ਅਹਿਸਾਸ ਨਹੀਂ ਕਰਦਾ, ਜੇ ਵੀ ਜਗ ਬਿਨਸਣ ਆ ਰਿਹਾ ਇਸ ਖਿਆਲ ਨਾਲ ਉਹ ਵੀ ਨਹੀਂ ਜੁੜਿਆ ਹੋਇਆ, ਤੇ ਗਿਆਨੀ ਦਾ ਗਿਆਨ ਤੇ ਧਿਆਨੀ ਦਾ ਧਿਆਨ ਤੇ ਉਪਦੇਸ਼ ਕਰਨ ਵਾਲੇ ਦਾ ਉਪਦੇਸ਼ ਵੀ ਸਮਝੋ ਵੀ ਸੰਸਾਰ ਦਾ ਧੰਦਾ ਹੀ ਹੈ। ਇਹ ਵੀ ਧੰਦੇਬਾਜ਼ੀ ਹੈ ਤੇ ਹੈ ਵੀ। ਇਸ ਲਈ ਹਜ਼ੂਰ ਨੇ ਅੱਗੇ ਜਾ ਕੇ ਸ਼ਬਦ ਵਰਤਿਆ, ਕਹਿ ਕਬੀਰ ਇੱਕ ਰਾਮ ਨਾਮ ਬਿਨ। ਹੇ ਕਬੀਰ ਆਖ, ਇੱਕ ਸਰਵ ਵਿਆਪਕ ਵਾਹਿਗੁਰੂ ਦੀ ਯਾਦ ਤੋਂ ਬਿਨਾਂ, ਉਹਦੇ ਨਾਮ, ਉਹਦੀ ਇਬਾਦਤ ਤੋਂ ਬਿਨਾਂ, ਹਜ਼ੂਰ ਕਹਿੰਦੇ ਨੇ ਇਹ ਜਗ ਮਾਇਆ ਅੰਧਾ। ਇਹ ਸਾਰਾ ਸੰਸਾਰ ਆਤਮਕ ਤੌਰ ਤੇ ਅੰਨਾ ਹੋਇਆ ਪਿਆ, ਜਿਹਨੂੰ ਕੋਈ ਦਿਖਾਈ ਨਾ ਦੇਵੇ। ਆਪਾਂ ਨੂੰ ਕਹਿ ਦਿੰਦੇ ਹਾਂ ਵੀ ਅੰਨਾ ਬੰਦਾ, ਇਹਨੂੰ ਕੁਝ ਵੀ ਨਹੀਂ ਦੀਦਾ, ਦਿਨ ਹੈ ਕਿ ਰਾਤ ਹੈ ਇਹਨੂੰ ਨਹੀਂ ਪਤਾ, ਆਪਣਾ ਹੈ ਕਿ ਪਰਾਇਆ ਸਾਹਮਣੇ ਖੜਾ ਇਹਨੂੰ ਨਹੀਂ ਪਤਾ। ਉਹਦੇ ਲਈ ਬਿਲਕੁਲ ਕੁਝ ਹੈ ਹੀ ਨਹੀਂ, ਹਨੇਰਾ ਸੰਸਾਰ ਹੈ ਉਹਦਾ। ਇੱਥੇ ਹਜ਼ੂਰ ਨੇ ਅਗਿਆਨੀ ਵਾਸਤੇ, ਜਿਹਨੂੰ ਆਤਮਕ ਸਮਝ ਨਹੀਂ ਹੈ, ਅੰਦਰ ਚੇਤਨਾ ਨਹੀਂ, ਅੰਦਰ ਵਿਵੇਕ ਕੰਮ ਨਹੀਂ ਕਰਦਾ, ਸੱਚ ਤੇ ਝੂਠ ਦਾ ਕੋਈ ਪਤਾ ਨਹੀਂ ਲੱਗਦਾ, ਗੁਰਮਤ ਕੀ ਹੈ ਮਨਮਤ ਕੀ, ਉਹਦਾ ਕੋਈ ਡਿਫਰੈਂਸ ਪਤਾ ਨਹੀਂ ਲੱਗਦਾ, ਪਾਪ ਤੇ ਪੁੰਨ ਵਿਚਲਾ ਫਰਕ ਨਹੀਂ ਸਮਝ ਆਉਂਦਾ, ਹਜ਼ੂਰ ਕਹਿੰਦੇ ਨੇ ਇਵੇਂ ਜੀਵ ਉਸ ਅਕਾਲ ਪੁਰਖ ਦੀ ਯਾਦ, ਇਬਾਦਤ ਤੇ ਵਿਵੇਕ ਤੋਂ ਬਿਨਾਂ ਮਾਇਆ ਦੇ ਵਿੱਚ ਅੰਨਾ ਹੋਇਆ ਪਿਆ। ਇਹਨੂੰ ਕੇਵਲ ਪਦਾਰਥ ਦੀਦਾ, ਬਾਕੀ ਕੁਝ ਨਹੀਂ ਦੀਦਾ। ਭਾਖਾ ਭੱਕ ਸਭ ਖਾਏ। ਸਾਹਿਬ ਸਤਿਗੁਰੂ ਕਿਰਪਾ ਕਰਨ, ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।